TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਮੂਸੇਵਾਲਾ ਕਤਲ ਕਾਂਡ ਵਿੱਚ ਨਵੀਂ ਜਾਣਕਾਰੀ, ਕਿਹਨੇ ਸਨ ਸ਼ਾਰਪ ਸ਼ੂਟਰ ਕੀਤੇ ਤਿਆਰ। ਮੂਸੇਵਾਲਾ ਕਤਲ ਤੋਂ ਬਾਅਦ ਸਿਰਸਾ ਪੁਲਿਸ ਅਲਰਟ, ਅਪਰਾਧਕ ਪਿਛੋਕੜ ਵਾਲੇ ਸੈਂਕੜੇ ਲੋਕਾਂ ਦੀ ਸੂਚੀ ਤਿਆਰ। ਲਾਰੈਂਸ ਬਿਸ਼ਨੋਈ, ਸੁੱਖਾ ਕਾਹਲੋਂ, ਵਿੱਕੀ ਗੌਂਡਰ ਅਤੇ ਹੋਰਨਾਂ ਗੈਂਗਸਟਰਾਂ ਦੇ ਟ੍ਰੇਨਿੰਗ ਸੈਂਟਰ ਸੰਬੰਧੀ ਅਹਿਮ ਜਾਣਕਾਰੀ। ਧਰਮ ਸੋਤ ਵੱਲੋਂ ਬਣਾਈ ਭ੍ਰਿਸ਼ਟਾਚਾਰ ਜਰੀਏ ਜਾਇਦਾਦ ਸੰਬੰਧੀ ਕੁਝ ਅਹਿਮ ਤੇ ਵੱਡੇ ਖੁਲਾਸੇ ਅਤੇ ਤ੍ਰਿਪਤ ਰਜਿੰਦਰ ਬਾਜਵਾ ਖਿਲਾਫ ਘਪਲੇ ਦੇ ਦੋਸ਼ਾਂ ਦਾ ਮਾਮਲਾ ਗਰਮਾਇਆ। ਦੋਸਤੋ, ਇਹ ਕੁਝ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਵਿਸਥਾਰ ਨਾਲ ਵਿਚਾਰਾਂਗੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ, ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਬੀਤੀ 29 ਤਰੀਕ ਤੋਂ ਲਗਾਤਾਰ ਇੱਕੋ ਹੀ ਖਬਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਹ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਉਸ ਦਾ ਕਤਲ। ਹੌਲੀ ਹੌਲੀ ਦਿਨ ਪ੍ਰਤੀ ਦਿਨ ਉਸ ਦੇ ਵਿੱਚ ਕੁਝ ਨਵੀਆਂ ਜਾਣਕਾਰੀਆਂ, ਕੁਝ ਨਵੀਆਂ ਪਰਤਾਂ ਖੁੱਲ੍ਹਦੀਆਂ ਜਾ ਰਹੀਆਂ ਨੇ। ਇਸ ਕਤਲਕਾਂਡ ਦਾ ਮੁੱਖ ਸਾਜ਼ਿਸ਼ ਘਾੜਾ ਗੋਲਡੀ ਬਰਾੜ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਲਾਰੈਂਸ ਬਿਸ਼ਨੋਈ ਨੇ ਤਿਹਾੜ ਜੇਲ੍ਹ ਵਿੱਚ ਬੈਠ ਕੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਜਾਂ ਕਰਵਾਉਣ ਸੰਬੰਧੀ ਕਸਮ ਵੀ ਖਾਧੀ ਸੀ ਤੇ ਫਿਰ ਉਹ ਤਾਂ ਜੇਲ੍ਹ 'ਚ ਬੈਠਾ ਹੈ। ਤੇ ਇਸ ਕਤਲਕਾਂਡ ਨੂੰ ਕਿਵੇਂ ਅੰਜਾਮ ਤੱਕ ਪਹੁੰਚਾਇਆ ਗਿਆ, ਉਹਦੀਆਂ ਨਿੱਤ ਨਵੀਆਂ ਪਰਤਾਂ ਉਧੜ ਰਹੀਆਂ ਨੇ। ਖਬਰ ਹੈ ਫਿਰ ਗੋਲਡੀ ਬਰਾੜ ਨੇ ਹਰਿਆਣਾ ਅਤੇ ਪੰਜਾਬ ਦੇ ਵਿੱਚ ਬੈਠੇ ਜੇਲ੍ਹਾਂ 'ਚ ਦੋ ਗੈਂਗਸਟਰ, ਉਹ ਗੈਂਗਸਟਰਾਂ ਨੂੰ ਮੂਸੇਵਾਲਾ ਦੇ ਕਤਲ ਲਈ ਸ਼ਾਰਪ ਸ਼ੂਟਰ ਮੁਹੱਈਆ ਕਰਵਾਉਣ ਲਈ ਆਖਿਆ ਤੇ ਉਹਨਾਂ ਨੂੰ ਹਥਿਆਰ ਵੀ, ਉਹਨਾਂ ਨੂੰ ਗੱਡੀਆਂ ਵੀ ਮੁਹੱਈਆ ਕਰਵਾਈਆਂ ਗਈਆਂ ਅਤੇ ਵੱਖ-ਵੱਖ ਲੋਕਾਂ ਦੀ ਇਹਦੇ ਵਾਸਤੇ ਫਿਰ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ, ਜਿਨ੍ਹਾਂ ਵਿੱਚੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਜ਼ਿਆਦਾਤਰ ਪੁਲਿਸ ਹਿਰਾਸਤ ਵਿੱਚ ਨੇ। ਪੁਲਿਸ ਸੂਤਰਾਂ ਤੋਂ ਹੁਣ ਤੱਕ ਜਿੰਨੀ ਕੁ ਵੀ ਜਾਣਕਾਰੀ ਮਿਲੀ ਹੈ ਤੁਹਾਡੇ ਹਵਾਲੇ ਕਰ ਰਹੇ ਹਾਂ। ਜਾਣਕਾਰੀ ਦੇ ਅਨੁਸਾਰ ਤਿਹਾੜ ਜੇਲ੍ਹ 'ਚ ਬੰਦ ਲਾਰੈਂਸ ਬਿਸ਼ਨੋਈ ਦੇ ਸਭ ਤੋਂ ਵੱਡੇ ਦੁਸ਼ਮਣ ਹਰਿਆਣਾ ਦਾ ਖਤਰਨਾਕ ਗੈਂਗਸਟਰ ਅਜੇ ਡਾਗਰ। ਖਬਰ ਇਹ ਹੈ ਕਿ ਅਜੇ ਡਾਗਰ ਨੇ ਕੁਝ ਸਮਾਂ ਪਹਿਲਾਂ ਲਾਰੈਂਸ ਦੇ ਕਰੀਬੀ ਅਤੇ ਰਾਜਸਥਾਨ ਦੇ ਵੱਡੇ ਬਿਲਡਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀ, ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਸੋਚਿਆ ਕਿ ਅਜੇ ਨੂੰ ਮਾਰ ਮੁਕਾਇਆ ਜਾਵੇਗਾ ਅਤੇ ਅਜੇ ਨੂੰ ਮਾਰਨ ਦੀ ਸਾਜ਼ਿਸ਼ ਘੜ ਲਈ ਗਈ ਅਤੇ ਜੇਲ੍ਹ ਤੋਂ ਬਾਹਰ ਜਿਹੜੇ ਉਹਦੇ ਆਪਣੇ ਗੁਰਗੇ ਬੈਠੇ ਸੀ, ਜਿਹੜੇ ਆਪਣੇ ਲਾਰੈਂਸ ਬਿਸ਼ਨੋਈ ਦੇ ਸਾਥੀ ਬੈਠੇ ਸੀ, ਉਹਨਾਂ ਨੂੰ ਅਜੇ ਨੂੰ ਮਾਰਨ ਵਾਸਤੇ ਲਾਮਬੰਦ ਕੀਤਾ ਗਿਆ, ਡਿਊਟੀਆਂ ਲਾ ਦਿੱਤੀਆਂ ਗਈਆਂ। ਇਹਦੇ ਤੋਂ ਪਹਿਲਾਂ ਕਿ ਉਹ ਸਾਰੇ ਜਾਣੇ ਮਿਲ ਕੇ ਅਜੇ ਦਾ ਕਤਲ ਕਰਦੇ, ਇਨ ਬਿਟਵੀਨ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਕਤਲ ਹੋ ਜਾਂਦਾ ਹੈ। ਵਿੱਕੀ ਮਿੱਡੂ ਖੇੜਾ ਦਾ ਕਤਲ ਹੋ ਗਿਆ ਅਤੇ ਇਸ ਕਤਲ ਦੇ ਵਿੱਚ ਅਜੇ ਡਾਗਰ ਦਾ ਨਾਮ ਆਉਣ ਲੱਗ ਪਿਆ। ਨਾਮ ਆਉਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਲਾਰੈਂਸ ਬਿਸ਼ਨੋਈ ਦਾ ਅਜੇ ਡਾਗਰ ਨੂੰ ਮਾਰਨ ਵਾਲਾ ਧਰਿਆ ਪਲਾਨ ਫੁੱਸ ਹੋ ਗਿਆ, ਕਿਉਂਕਿ ਉਹ ਫੇਲ ਹੋ ਗਿਆ ਪਲਾਨ। ਉਹਦੇ ਤੋਂ ਬਾਅਦ ਫਿਰ ਸਿੱਧੂ ਮੂਸੇਵਾਲਾ ਤਾਂ ਹਲੇ ਵੀ ਜਿਉਂਦਾ ਤਿਉਂ ਹੈ। ਹੁਣ ਉਹਦੇ ਤੋਂ ਬਾਅਦ ਖਬਰ ਇਹ ਹੈ ਕਿ ਦਿੱਲੀ ਦਾ ਰਹਿਣ ਵਾਲਾ ਸ਼ਾਰਖ ਨੂੰ ਮੂਸੇਵਾਲਾ ਦੀ ਰੇਕੀ ਕਰਨ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ। ਉਹਦੇ ਤੋਂ ਬਾਅਦ ਉਹ ਕਈ ਦਿਨ ਮੂਸੇਵਾਲੇ ਦੀ ਰੇਕੀ ਕਰਨ ਵਾਸਤੇ ਜਾਂਦਾ ਰਿਹਾ, ਹਮਲੇ ਦੀ ਰੂਪਰੇਖਾ ਤਿਆਰ ਕਰਨ ਵਾਸਤੇ ਇੱਧਰ ਉੱਧਰੋਂ ਹੱਥ ਪੈਰ ਮਾਰ ਰਿਹਾ ਸੀ, ਪਰ ਇਹ ਪਲਾਨ ਵੀ ਫੇਲ ਹੋ ਗਿਆ ਤੇ ਸ਼ਾਰਖ ਵੀ ਪੁਲਿਸ ਤੇ ਅੜਿੱਕੇ ਆ ਗਿਆ ਤੇ 25 ਅਪ੍ਰੈਲ ਵਾਲੇ ਦਿਨ ਦਿੱਲੀ ਪੁਲਿਸ ਨੇ ਸ਼ਾਰਖ ਨੂੰ ਗ੍ਰਿਫਤਾਰ ਕਰ ਲਿਆ ਤੇ ਸਾਰੀ ਦੀ ਸਾਰੀ ਪੁਲਿਸ ਦੇ ਸਾਹਮਣੇ ਇਹ ਖੇਡ ਸਾਹਮਣੇ ਆ ਗਈ। ਉਹਦੇ ਤੋਂ ਬਾਅਦ ਦਿੱਲੀ ਪੁਲਿਸ ਨੇ ਆਖਿਆ ਸੀ ਕਿ ਅਸੀਂ ਪੰਜਾਬ ਪੁਲਿਸ ਨੂੰ ਅਲਰਟ ਵੀ ਕੀਤਾ ਸੀ। ਫਿਰ ਇਹਦੇ ਤੋਂ ਬਾਅਦ ਗੋਲਡੀ ਬਰਾੜ ਨੇ ਮੂਸੇਵਾਲੇ ਦੇ ਕਤਲ ਦੇ ਵਾਸਤੇ ਖਬਰ ਇਹ ਹੈ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਮਿੰਟੂ ਦੇ ਨਾਲ ਸੰਪਰਕ ਕੀਤਾ। ਹੁਣ ਮਿੰਟੂ ਕੌਣ ਹੈ? ਤੁਹਾਨੂੰ ਯਾਦ ਕਰਵਾ ਦਿਆਂ ਕਿ ਇੱਕ ਹਿੰਦੂ ਆਗੂ ਸੀ ਵਿਪਨ ਸ਼ਰਮਾ। ਵਿਪਨ ਸ਼ਰਮਾ ਦੇ ਕਤਲ ਦਾ ਮੁੱਖ ਮੁਲਜ਼ਮ ਵੀ ਮਿੰਟੂ ਦੱਸਿਆ ਗਿਆ ਸੀ ਤੇ ਜੇਲ੍ਹ 'ਚ ਬੰਦ ਹੈ। ਉਹਨੇ ਬਰਾੜ ਦੇ ਕਹਿਣ ਤੇ ਫਿਰ ਦੋ ਸ਼ਾਰਪ ਸ਼ੂਟਰ, ਇੱਕ ਜਗਰੂਪ ਉਰਫ ਰੂਪਾ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਦੂਸਰਾ ਹਰਕਮਲ, ਉਹ ਬਠਿੰਡਾ ਦਾ ਹੈ, ਇਹ ਦੋਵਾਂ ਨੂੰ ਤਿਆਰ ਕੀਤਾ
ਜਿਨ੍ਹਾਂ ਨੇ ਫਿਰ ਕਿਹਾ ਕਿ ਸਾਨੂੰ ਗੱਡੀਆਂ, ਸਾਨੂੰ ਹਥਿਆਰ ਤੇ ਮੁਹੱਈਆ ਕਰਵਾਉਣੇ ਪੈਣਗੇ। ਫਿਰ ਉਹਨਾਂ ਨੂੰ ਕਰੋਲਾ ਗੱਡੀ ਮੁਹੱਈਆ ਕਰਵਾਉਣ ਦਾ ਜ਼ਿੰਮਾ ਮਨਪ੍ਰੀਤ ਮੰਨਾ ਅਤੇ ਮਨਪ੍ਰੀਤ ਭਾਊ ਨੂੰ ਸੌਂਪਿਆ ਗਿਆ। ਇਸੇ ਤਰ੍ਹਾਂ ਦੂਸਰੇ ਪਾਸਿਓਂ ਖਬਰਾਂ ਇਹ ਨੇ ਕਿ ਹਰਿਆਣਾ ਦੇ ਸ਼ਾਰਪ ਸ਼ੂਟਰਾਂ ਲਈ ਮੋਨੂ ਡਾਗਰ ਦੀ ਜ਼ਿੰਮੇਵਾਰੀ ਲਗਾਈ ਗਈ, ਜਿਸ ਨੇ ਜੇਲ੍ਹ ਤੋਂ ਹੀ ਫਿਰ ਪ੍ਰਵਰਤ ਫੌਜੀ ਸੌਰਭ ਮਹਾਕਾਲ, ਸੰਤੋਸ਼ ਅਤੇ ਮਨਜੀਤ ਭੋਲੂ ਨੂੰ ਇਸ ਕੰਮ ਦੇ ਵਾਸਤੇ ਤਿਆਰ ਕਰ ਲਿਆ। ਪ੍ਰਵਰਤ ਫੌਜੀ ਕਾਲਾ ਜਠੇੜੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਮਿਲ ਕੇ ਇਹ ਕੰਮ ਕੀਤਾ। ਉਹਨਾਂ ਕੋਲ ਆਟੋਮੈਟਿਕ ਰਾਈਫਲ ਹੋਣ ਦੀ ਚਰਚਾ ਵੀ ਹੈ, ਕਿਉਂਕਿ ਉਸਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਰਾਈਫਲ ਨਾਲ ਫਾਇਰਿੰਗ ਕਰਦੇ ਦੀ ਵੀਡੀਓ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹਦੇ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਅਤੇ ਹਰਿਆਣਾ ਦੀਆਂ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਵੱਖ-ਵੱਖ ਸ਼ਾਰਪ ਸ਼ੂਟਰ ਵੀ ਮੁਹੱਈਆ ਕਰਵਾਏ। ਉਹਨਾਂ ਨੂੰ ਜਾਣਕਾਰੀ ਦੇਣ ਦਾ ਕੰਮ ਕਿ ਇਹ ਜਾਣਕਾਰੀ ਮਿਲੇ ਕਿਵੇਂ, ਫਿਰ ਸੰਦੀਪ ਉਰਫ ਕੇਕੜਾ ਨੂੰ ਸੌਂਪੀ ਗਈ ਅਤੇ ਕੇਕੜਾ ਨੇ ਹੁਣ ਤੱਕ ਜਾਣਕਾਰੀ ਇਹ ਉਗਲੀ ਹੈ ਕਿ ਉਹਦੀ ਮਾਸੀ ਪਿੰਡ ਮੂਸੇ, ਉਹ ਮੂਸੇ ਪਿੰਡ ਜਾ ਕੇ ਕਈ ਵਾਰੀ ਰਹਿੰਦਾ ਤੇ ਆ ਕੇ ਜਾਣਕਾਰੀਆਂ ਦਿੰਦਾ, ਤੇ ਹੁਣ ਵੀ ਉਹ 25 ਤਰੀਕ ਤੋਂ ਉਸੇ ਹੀ ਮੂਸੇ ਪਿੰਡ ਵਿੱਚ ਹੀ ਸੀ। ਉਹਨੇ ਮੋਟਰਸਾਈਕਲ ਤੇ 2 ਨੌਜਵਾਨਾਂ ਨੂੰ ਹੋਰ ਲੈ ਕੇ ਗਿਆ, ਚੇਤਨ ਤੇ ਕੇਸ਼ਵ। ਬਾਅਦ 'ਚ ਉਹ ਵੀ ਗ੍ਰਿਫਤਾਰ ਕਰ ਲਏ ਗਏ ਨੇ ਤੇ ਉਹਨੇ ਫਿਰ ਇਹ ਸਾਰੀ ਦੀ ਸਾਰੀ ਜਾਣਕਾਰੀ ਦੱਸਿਆ ਜਾ ਰਿਹਾ ਹੈ ਕਿ ਸ਼ਾਰਪ ਸ਼ੂਟਰਾਂ ਨੂੰ ਵੀ ਅਤੇ ਨਾਲ ਗੋਲਡੀ ਬਰਾੜ ਨੂੰ ਵੀ ਦਿੱਤੀ ਅਤੇ 1 ਦਰਜਨ ਦੇ ਕਰੀਬ ਲੋਕਾਂ ਦੀ ਜ਼ਿੰਮੇਵਾਰੀ ਸ਼ਾਰਪ ਸ਼ੂਟਰਾਂ ਨੂੰ ਗੱਡੀਆਂ, ਕਤਲ ਤੋਂ ਪਹਿਲਾਂ ਅਤੇ ਕਤਲ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਜਾਂ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣ ਦੀ ਵੀ ਲਗਾਈ ਗਈ। ਜਿਨ੍ਹਾਂ 5 ਸ਼ਾਰਪ ਸ਼ੂਟਰਾਂ ਦੇ ਨਾਮ ਪੰਜਾਬ ਅਤੇ ਦਿੱਲੀ ਪੁਲਿਸ ਦੇ ਵੱਲੋਂ ਹੁਣ ਤੱਕ ਦੀ ਜਾਂਚ ਦੇ ਵਿੱਚ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਵਿੱਚ ਸਾਹਮਣੇ ਆਏ ਨੇ। ਉਹਨਾਂ 'ਚੋਂ ਮੂਸੇਵਾਲਾ ਤੇ ਗੋਲੀਆਂ ਚਲਾਉਣ ਵਾਲੇ ਕੌਣ-ਕੌਣ ਸਨ, ਇਹਦਾ ਤਾਂ ਅਸਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਜਦੋਂ ਉਹ ਮੂੰਹ ਖੋਲਣਗੇ। ਕਿਉਂਕਿ ਤੁਹਾਨੂੰ ਯਾਦ ਹੋਣਾ ਬੀਤੇ ਦਿਨੀ ਇੱਕ ਸਚਨ ਥਾਪਨ ਤੇ ਬਾਅਦ ਦੇ ਵਿੱਚ ਉਹਨੂੰ ਐਂਕਰ ਨੇ ਪੁੱਛ ਲਿਆ ਕਿ ਸਚਨ ਥਾਪਨ ਜਾਂ ਸਚਨ ਬਿਸ਼ਨੋਈ, ਉਹ ਕਹਿੰਦਾ ਹਾਂ ਸਚਨ ਬਿਸ਼ਨੋਈ। ਉਹਨੇ ਇੱਕ ਮੁਲਾਕਾਤ ਵਿੱਚ ਖੁਲਾਸਾ ਕੀਤਾ ਸੀ ਕਿ ਮੈਂ ਆਪਣੇ ਹੱਥਾਂ ਦੇ ਨਾਲ ਗੋਲੀਆਂ ਮਾਰੀਆਂ ਨੇ ਸਿੱਧੂ ਮੂਸੇਵਾਲਾ ਨੂੰ। ਪਰ ਹਾਲੇ ਸਚਨ ਥਾਪਨ ਜਾਂ ਸਚਨ ਬਿਸ਼ਨੋਈ ਆਖੀਏ ਉਹ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ। ਦੂਸਰੇ ਪਾਸੇ ਸਚਨ ਥਾਪਨ ਦੀ ਮਾਂ ਨੇ ਬੀਤੇ ਦਿਨੀ ਆਖਿਆ ਸੀ ਕਿ ਹਾਂ ਪੁੱਤਰ ਮੇਰਾ ਘਰ ਤਾਂ ਜ਼ਰੂਰ ਹੈ, ਆਉਂਦਾ ਜਾਂਦਾ ਹੁੰਦਾ ਸੀ, ਪਰ ਇਸ ਵਕਤ ਨਹੀਂ, ਪਰ ਉਹ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਕਰ ਸਕਦਾ। ਪਰ ਹੁਣ ਕਿਹਨੇ ਕੀਤਾ ਕਿਹਨੇ ਨਹੀਂ ਕੀਤਾ ਹਾਲੇ ਇਹ ਜਾਂਚ ਦਾ ਵਿਸ਼ਾ ਹੈ ਅਤੇ ਪੁਲਿਸ ਦੇ ਗਲੇ ਦੀ ਹੱਡੀ ਬਣੀ ਹੋਈ ਹੈ। ਪਰ ਆ ਨਵੀਆਂ ਜਾਣਕਾਰੀਆਂ ਮਿਲੀਆਂ ਨੇ ਕਿ ਕਿੱਥੋਂ ਕਿਵੇਂ ਕੜੀਆਂ ਜੁੜੀਆਂ, ਕਿਹੜੇ-ਕਿਹੜੇ ਪਲਾਨ ਫੇਲ ਹੁੰਦੇ ਗਏ ਅਤੇ ਫਿਰ ਪਲਾਨ ਫੇਲ ਹੋਣ ਤੋਂ ਅਗਲੀ ਯੋਜਨਾ ਕਿਵੇਂ ਉਲੀਕੀ ਜਾਂਦੀ ਰਹੀ। ਪਰ ਹੁਣ ਵੇਖਦੇ ਹਾਂ ਕਿ ਕੇਕੜਾ ਕਹਿੰਦੇ ਆ ਕਿ ਜਾਣਕਾਰੀ ਜਿਹੜੀ ਦੇ ਰਿਹਾ ਉਹ ਕਿਤੇ ਨਾ ਕਿਤੇ ਇਸ ਜਾਂਚ ਨੂੰ ਭਟਕਾਉਣ ਦਾ ਕੰਮ ਕਰ ਰਿਹਾ ਹੈ। ਕਦੇ ਕਹਿੰਦਾ ਜੀ ਮੈਨੂੰ 15,000 ਦਿੱਤਾ ਸੀ, ਕਦੇ ਕਹਿ ਦਿੰਦਾ ਮੈਨੂੰ ਆਖਿਆ ਸੀ ਜਿਹਨੂੰ ਮਾਰਨਾ ਨਹੀਂ ਸਿਰਫ ਕੁੱਟਣਾ ਹੀ ਹੈ, ਕਦੇ ਕਹਿ ਦਿੰਦਾ ਕਿ ਜੇ ਮੈਨੂੰ ਪੱਬੀ ਨੇ ਪੈਸੇ ਦਿੱਤੇ ਸੀ, ਕਦੇ ਕਹਿ ਦਿੰਦਾ ਮੈਂ ਕਤਲ ਵਾਲੇ ਦਿਨ 13 ਵਾਰ ਗੋਲਡੀ ਬਰਾੜ ਦੇ ਨਾਲ ਸੰਪਰਕ ਕੀਤਾ। ਸਭ ਫੜੇ ਜਾਣਗੇ, ਸਮੇਂ ਦਾ ਹੇਰ-ਫੇਰ ਹੈ। ਪਰ ਹੁਣ ਇੱਕ ਗੱਲ ਬਹੁਤ ਮਹੱਤਵਪੂਰਨ ਹੈ ਕਿ ਪੰਜਾਬ ਦੇ ਵਿੱਚ ਤਾਂ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਪੁਲਿਸ ਵੀ ਮੁਸਤੈਦ ਸੀ, ਬਾਹਰਲੀਆਂ ਕੰਪਨੀਆਂ ਵੀ ਆਈਆਂ ਹੋਈਆਂ ਸੀ, ਫਿਰ ਵੀ ਉਹ ਲੈ ਕੇ ਹਥਿਆਰ ਕਈ ਦਿਨ ਘੁੰਮਦੇ ਰਹੇ ਤੇ ਆਖਰਕਾਰ ਸਿੱਧੂ ਮੂਸੇਵਾਲਾ ਦਾ ਕਤਲ ਕਰ ਗਏ। ਪੰਜਾਬ ਪੁਲਿਸ ਦੇ ਸਵਾਲ ਨੇ। ਤੇ ਦੂਸਰੇ ਪਾਸੇ ਹਰਿਆਣੇ ਦੇ ਵਿੱਚ ਪੈਂਦਾ ਜ਼ਿਲ੍ਹਾ ਸਿਰਸਾ ਦੀ ਪੁਲਿਸ ਕਾਫੀ ਮੁਸਤੈਦ ਹੋਈ ਹੈ ਹੁਣ, ਕਿਉਂਕਿ ਇਹਦੇ ਤਾਰ ਸਿਰਸਾ ਦੇ ਨਾਲ ਜੁੜਦੇ ਜਾ ਰਹੇ ਨੇ। ਸਿਰਸਾ ਪੁਲਿਸ ਕਾਫੀ ਅਲਰਟ ਦੱਸੀ ਜਾ ਰਹੀ ਹੈ। ਸਿਰਸਾ ਦੇ ਐਸਪੀ ਡਾਕਟਰ ਅਰਪਿਤ ਜੈਨ ਨੇ ਦੱਸਿਆ ਕਿ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਦੇ ਨਾਲ ਜੁੜੇ ਲੋਕਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਖਾਸ ਕਰਕੇ ਗੈਂਗਸਟਰਾਂ ਨਾਲ ਜੁੜੇ ਨੌਜਵਾਨਾਂ ਦੇ ਉੱਤੇ ਕਹਿੰਦੀ ਪੁਲਿਸ ਤਿੱਖੀ ਨਜ਼ਰ ਰੱਖ ਰਹੀ ਹੈ। ਡਾਕਟਰ ਜੈਨ ਨੇ ਦੱਸਿਆ ਕਿ ਸਿਰਸਾ ਪੁਲਿਸ ਨੇ ਸਿਰਸਾ ਜ਼ਿਲ੍ਹੇ ਦੇ 2900 ਲੋਕਾਂ ਦੀ ਸੂਚੀ ਤਿਆਰ ਕਰ ਲਈ ਹੈ, ਜਿਨ੍ਹਾਂ ਦਾ ਅਪਰਾਧਿਕ ਪਿਛੋਕੜ ਹੈ, ਜਿਨ੍ਹਾਂ ਦੀ ਭੂਮਿਕਾ ਭਾਵੇਂ ਲੁੱਟ ਖੋਹ 'ਚ ਰਹੀ ਹੈ, ਡਕੈਤੀ 'ਚ ਰਹੀ ਹੈ, ਚੋਰੀ 'ਚ ਰਹੀ ਹੈ, ਭਾਵ ਕਿਸੇ ਵੀ ਗਤੀਵਿਧੀ ਅਪਰਾਧ ਕਾਨੂੰਨ ਨੇ ਅੰਜਾਮ ਦਿੱਤਾ ਸੀ। ਹੁਣ ਪੁਲਿਸ ਉਹਨਾਂ ਤੇ ਨਜ਼ਰ ਵੀ ਰੱਖ ਰਹੀ ਹੈ ਤੇ ਸਾਈਬਰ ਸੈੱਲ ਅਤੇ ਕੇਂਦਰੀ ਖੁਫੀਆ ਏਜੰਸੀ ਦੀ ਟੀਮ ਉਹਨਾਂ ਲੋਕਾਂ ਤੇ ਵਿਸ਼ੇਸ਼ ਨਜ਼ਰ ਬਣਾ ਕੇ ਰੱਖੀ ਹੈ ਤੇ ਉਹਨਾਂ ਦੇ ਪਿਛਲੇ ਕੁਝ ਮਹੀਨਿਆਂ ਦੇ ਫੋਨ ਕਿਹਨੂੰ ਕੀਤੇ ਨੇ, ਕਿੱਥੋਂ ਉਹਨਾਂ ਨੂੰ ਫੋਨ ਆਏ ਨੇ, ਉਹ ਸਾਰਾ ਕੁਝ ਜਾਂਚਿਆ ਜਾ ਰਿਹਾ, ਪੜਤਾਲਿਆ ਜਾ ਰਿਹਾ ਤੇ ਨਾਲ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਦਾ ਖਾਸ ਕਰਕੇ ਖਿਆਲ ਰੱਖਿਆ ਜਾਵੇ। ਖਾਸ ਕਰਕੇ WhatsApp ਦੀ ਸਮੇਂ-ਸਮੇਂ ਤੇ ਚੈਕਿੰਗ ਕਰੋ ਕਿ ਕਿਤੇ ਉਹ ਕਿਸੇ ਗੈਂਗ ਦੇ ਲਿੰਕ ਵਿੱਚ ਤਾਂ ਨਹੀਂ।
ਜੇਕਰ ਕਿਸੇ ਉਹ ਗਤੀਵਿਧੀ ਵਿੱਚ ਇਸ ਤਰ੍ਹਾਂ ਦੀ ਸ਼ਾਮਲ ਨੇ ਤਾਂ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਤਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹੋਰ ਧੱਸਣ ਤੋਂ ਰੋਕਿਆ ਜਾ ਸਕੇ। ਪਰ ਹੁਣ ਸਭ ਤੋਂ ਵੱਡਾ ਸਵਾਲ ਬੀਤੇ ਦਿਨਾਂ ਤੋਂ ਇਹੋ ਹੀ ਉੱਠ ਰਿਹਾ ਹੈ ਕਿ ਭਾਵੇਂ ਲਾਰੈਂਸ ਬਿਸ਼ਨੋਈ, ਭਾਵੇਂ ਬਾਕੀ ਦੇ ਜਿੰਨੇ ਵੀ ਗੈਂਗਸਟਰ ਨੇ, ਸਿੱਧੂ ਮੂਸੇਵਾਲੇ ਦਾ ਕਤਲ 29 ਤਰੀਕ ਨੂੰ ਹੋ ਗਿਆ, ਕਿ ਉਹ 29 ਤਰੀਕ ਨੂੰ ਇਹ ਗੈਂਗਸਟਰ ਪੈਦਾ ਹੋਏ ਜਾਂ ਉਹ ਟ੍ਰੇਨਿੰਗ ਕਿੱਥੋਂ ਲੈਂਦੇ ਰਹੇ, ਉਹਨਾਂ ਨੂੰ ਅਸਲ ਦੇ ਵਿੱਚ ਪਨਾਹ ਕੌਣ ਦਿੰਦਾ ਰਿਹਾ, ਤੇ ਅੱਜ ਤੱਕ ਇੰਨਾ ਵੱਡਾ ਕੱਦ-ਬੁੱਤ ਆਪਣਾ ਉਹ ਕਿਵੇਂ ਪੈਦਾ ਕਰ ਗਏ। ਹੁਣ ਤਕਰੀਬਨ ਇਹਨਾਂ ਸਾਰਿਆਂ ਦੀ ਤਾਰ ਦੇਖਿਓ ਇੱਕੇ ਥਾਂ ਆ ਕੇ ਜੁੜਨੀ ਹੈ। ਜਿੰਨੀ ਜਾਣਕਾਰੀ ਮਿਲੀ ਆ ਮੈਂ ਤੁਹਾਡੇ ਸਪੁਰਦ ਕਰਨ ਲੱਗਿਆ। ਮੈਕਸਿਮਮ ਸਿਕਿਉਰਿਟੀ ਜੇਲ੍ਹ ਹੈ ਨਾਭਾ, ਦੁਨੀਆ ਭਰ ਵਿੱਚ ਪ੍ਰਸਿੱਧ। ਸ਼ਾਇਦ ਤੁਹਾਨੂੰ ਪਤਾ ਕਿ ਉਦੋਂ ਹੋ ਗਈ ਸੀ, ਜਾਂ ਮੈਂ ਇਹ ਆਖ ਸਕਦਾ ਕਿ ਸੁਰਖੀਆਂ 'ਚ ਆ ਗਈ ਸੀ, ਜਦੋਂ 27 ਨਵੰਬਰ ਤੇ 2016 ਨੂੰ ਦਿਨ ਦਿਹਾੜੇ ਫਿਲਮੀ ਸਟਾਈਲ ਦੇ ਵਿੱਚ ਅੰਨ੍ਹੇਵਾਹ ਫਾਇਰਿੰਗ ਕਰਕੇ ਗੈਂਗਸਟਰਾਂ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਕਮਾਂਡਰ ਹਰਮਿੰਦਰ ਸਿੰਘ ਮਿੰਟੂ ਸਮੇਤ 6 ਜਣਿਆਂ ਨੂੰ ਆਜ਼ਾਦ ਕਰਵਾ ਕੇ ਜੇਲ੍ਹ ਬ੍ਰੇਕ ਕੀਤੀ ਸੀ। ਮਿੰਟੂ ਦੀ 24 ਘੰਟੇ 'ਚ ਦਿੱਲੀ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਸੀ। ਬਾਅਦ 'ਚ ਉਸ ਦੀ ਜੇਲ੍ਹ ਵਿੱਚ ਮੌਤ ਹੋਈ, ਜਦੋਂ ਕਿ ਇੱਕ ਹੋਰ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਉਹ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਸੀ। ਜੇਲ੍ਹ ਬ੍ਰੇਕ ਦੇ 66 ਮਹੀਨਿਆਂ ਬਾਅਦ ਵੀ ਜੇਲ੍ਹ 'ਚੋਂ ਫਰਾਰ ਕਸ਼ਮੀਰਾ ਸਿੰਘ ਹਾਲੇ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਹੈ। ਪ੍ਰੇਮਾ ਲਾਹੌਰੀਆ ਵੀ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ, ਤੇ ਇਸ ਤਰ੍ਹਾਂ ਗੈਂਗਸਟਰ ਗੋਪੀ ਘਣਸ਼ਾਮ ਉਹ ਵੀ ਪੁਲਿਸ ਪਕੜ ਦੇ ਵਿੱਚ ਨਹੀਂ ਆਇਆ, ਪਰ ਯੂਪੀ ਦੇ ਵਿੱਚ ਕੁਦਰਤੀ ਮੌਤ ਮਰ ਗਿਆ ਸੀ। ਫਿਰ ਗੱਲ ਕਰਦੇ ਹਾਂ ਸੁਖਮੀਤ ਦੀ। ਸੁਖਮੀਤ ਨੂੰ ਦੁਬਈ ਤੋਂ ਬੀਤੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਦਹਿਸ਼ਤ ਦਾ ਦੂਸਰਾ ਨਾਮ ਗੈਂਗਸਟਰ ਰਮਨਜੀਤ ਉਰਫ ਰੋਮੀ। 17 ਫਰਵਰੀ 2018 ਨੂੰ ਹਾਂਗਕਾਂਗ ਪੁਲਿਸ ਨੇ ਡਕੈਤੀ ਦੇ ਕੇਸ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉਹਦੇ ਖਿਲਾਫ ਨਾਭਾ ਕੋਤਵਾਲੀ ਵਿੱਚ ਗੰਭੀਰ ਧਾਰਾਵਾਂ ਅਧੀਨ ਮਾਮਲਾ ਦਰਜ ਹੈ ਤੇ ਪੰਜਾਬ ਪੁਲਿਸ ਵੱਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ। ਪੰਜਾਬ ਪੁਲਿਸ ਹਾਲੇ ਤੱਕ ਉਹਨੂੰ ਪੰਜਾਬ ਨਹੀਂ ਲਿਆ ਸਕੀ। ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਕਤਲ ਦੇ ਮੁੱਖ ਸਾਜ਼ਿਸ਼ ਘਾੜੇ ਦੀ, ਲਾਰੈਂਸ ਬਿਸ਼ਨੋਈ ਦੀ। 2006 ਤੇ 7 ਦੇ ਵਿੱਚ ਉਹ ਵੀ ਨਾਭੇ ਜੇਲ੍ਹ 'ਚ ਰਿਹਾ। ਤੁਸੀਂ ਦੇਖੋ ਉਹਦੇ ਖਿਲਾਫ ਕੋਤਵਾਲੀ 'ਚ ਧਾਰਾ 307 IPC ਅਧੀਨ ਹੋਰ ਸੰਗੀਨ ਧਾਰਾਵਾਂ ਅਧੀਨ ਮਾਮਲੇ ਦਰਜ ਹੋਏ ਨੇ, ਪਰ ਸਮੇਂ ਸਿਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਸਕੀ, ਜਿਹਦੇ ਕਾਰਨ ਅੱਜ ਇਹ ਆਖਿਆ ਜਾ ਸਕਦਾ ਕਿ ਲਾਰੈਂਸ ਬਿਸ਼ਨੋਈ ਗ੍ਰਹਿ ਮੰਤਰਾਲੇ ਵਾਸਤੇ, ਕਈ ਸੂਬਿਆਂ ਦੀ ਪੁਲਿਸ ਦੇ ਵਾਸਤੇ ਇੱਕ ਵੱਡਾ ਚੈਲੰਜ ਬਣਿਆ ਹੋਇਆ ਹੈ। ਟਾਰਗੇਟ ਕਿਲਿੰਗਸ ਦੇ ਵਿੱਚ ਧਰਮਿੰਦਰ ਗੁਗਨੀ ਦੀ ਮਾਰਫਤ ਸ਼ੂਟਰ ਰਮਨਦੀਪ ਅਤੇ ਹੋਰਨਾਂ ਨੂੰ ਰੋਮੀ ਗੈਂਗਸਟਰ ਨੇ ਹਥਿਆਰ ਭੇਜੇ ਸੀ। ਹਾਲਾਂਕਿ ਵਿੱਕੀ ਅਤੇ ਧਰਮਿੰਦਰ ਵਿਚਕਾਰ ਮੈਂ ਤੁਹਾਨੂੰ ਦੱਸਦਾ ਕਿ 36 ਦਾ ਅੰਕੜਾ ਰਿਹਾ ਬਣਦੀ ਨਹੀਂ ਸੀ, ਪਰ ਰੋਮੀ ਨੇ ਰੰਜਿਸ਼ ਖਤਮ ਕਰਵਾ ਕੇ ਪੰਜਾਬ ਦੇ 7 ਹਿੰਦੂ ਆਗੂਆਂ ਦੀ ਹੱਤਿਆ ਕਰਵਾਈ। ਮੈਕਸਿਮਮ ਸਿਕਿਉਰਿਟੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਪਹਿਲੀ ਵਾਰ 21 ਸਤੰਬਰ 2006 ਨੂੰ ਅੱਤਵਾਦੀ ਦਇਆ ਸਿੰਘ ਲਾਹੌਰੀਆ ਦੇ ਕੋਲੋਂ ਮੋਬਾਈਲ ਬਰਾਮਦ ਹੋਇਆ, ਪਰ ਉਸ ਸਮੇਂ ਸਰਕਾਰ ਦਾ ਗੱਲ ਕਰਾਂ, ਸਰਕਾਰ ਦੇ ਨਾਲ ਗ੍ਰਹਿ ਮੰਤਰਾਲੇ ਦੀ ਗੱਲ ਕਰਾਂ, ਕੋਈ ਗੰਭੀਰਤਾ ਹੀ ਨਹੀਂ ਦਿਖਾਈ ਕਿ ਮੋਬਾਈਲ ਹੀ ਫੜਿਆ ਗਿਆ, ਕਿਹੜਾ ਬੰਬ ਫੜਿਆ ਗਿਆ। ਪਰ ਮੋਬਾਈਲ ਅੱਜ ਕੱਲ੍ਹ ਬੰਬਾਂ ਨਾਲੋਂ ਵੀ ਖਤਰਨਾਕ ਹੋਏ ਨੇ। ਸਾਰੀਆਂ ਸਾਜ਼ਿਸ਼ਾਂ ਇਹਦੇ ਤੇ ਘੜੀਆਂ ਜਾਂਦੀਆਂ ਨੇ, ਸੂਚਨਾਵਾਂ ਇਹਦੇ ਤੇ ਦਿੱਤੀਆਂ ਜਾਂਦੀਆਂ ਨੇ, ਕੋਈ ਗੰਭੀਰਤਾ ਨਹੀਂ ਦਿਖਾਈ। ਮੋਬਾਈਲ ਬਰਾਮਦ ਕਰਨ ਵਾਲੇ ਤਤਕਾਲੀਨ ਡਿਪਟੀ ਸੁਪਰਡੈਂਟ ਜਗੀਰ ਸਿੰਘ ਨੂੰ ਸਗੋਂ ਬਦਲ ਦਿੱਤਾ ਗਿਆ। ਤੁਸੀਂ ਦੇਖੋ ਕਿ ਜਿਹੜਾ ਬੰਦਾ ਮੋਬਾਈਲ ਫੋਨ ਫੜਦਾ ਹੈ, ਸਜ਼ਾ ਉਹਨੂੰ ਦਿੱਤੀ ਗਈ, ਜਿਹਦੇ ਕੋਲੋਂ ਫੜਿਆ ਗਿਆ ਉਹਨੂੰ ਸਜ਼ਾ ਕੋਈ ਨਹੀਂ ਦਿੱਤੀ ਗਈ, ਜਦੋਂ ਕਿ ਮੋਬਾਈਲ ਸਪਲਾਈ ਕਰਨ ਵਾਲਾ ਇੱਕ ਸਹਾਇਕ ਸੁਪਰਡੈਂਟ ਸੀ। ਜਿਹਨੇ ਮੋਬਾਈਲ ਸਪਲਾਈ ਕੀਤਾ ਸਹਾਇਕ ਸੁਪਰਡੈਂਟ ਨੂੰ ਸਿਆਸਤਦਾਨਾਂ ਦੀ ਪਨਾਹ ਸੀ, ਉਹਦੀ ਤਰੱਕੀ ਕਰ ਦਿੱਤੀ ਗਈ। ਜਿਹਨੇ ਫੜਿਆ ਉਹਦੇ ਤੇ ਕਾਰਵਾਈ ਪਾ ਦਿੱਤੀ ਗਈ। ਇਹਦੇ ਤੋਂ ਬਾਅਦ ਇਹ ਜੇਲ੍ਹ ਗੈਂਗਸਟਰਾਂ ਵਾਸਤੇ ਸੁਰੱਖਿਅਤ ਜੇਲ੍ਹ ਬਣੀ। ਗੈਂਗਸਟਰਾਂ ਨੇ ਆਪਣਾ ਜਾਲ ਇਸ ਜੇਲ੍ਹ ਵਿੱਚ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ। 2 ਦਰਜਨ ਤੋਂ ਵੱਧ ਗੰਭੀਰ ਮਾਮਲਿਆਂ ਵਿੱਚ ਨਾਮਜ਼ਦ ਖਤਰਨਾਕ ਗੈਂਗਸਟਰ ਰਾਜੀਵ ਉਰਫ ਰਾਜਾ ਦੇ ਖਿਲਾਫ ਨਾਭਾ ਕੋਤਵਾਲੀ ਦੇ ਵਿੱਚ ਮਾਮਲੇ ਦਰਜ ਹੋਏ, ਤੇ ਉਹ ਪਿਛਲੇ ਸਾਲ ਜੇਲ੍ਹ ਦੇ ਵਿੱਚੋਂ ਮੋਬਾਈਲ ਫੋਨ ਤੇ ਵੱਡਾ ਗੈਂਗ ਚਲਾ ਕੇ ਕਾਰੋਬਾਰੀਆਂ ਨੂੰ ਧਮਕੀਆਂ ਦਿੰਦਾ ਰਿਹਾ, ਠੱਗੀਆਂ ਮਾਰਦਾ ਰਿਹਾ। ਰਾਜਾ ਦੇ ਖਿਲਾਫ 12 ਮਈ 2006 ਨੂੰ ਕਤਲ ਦਾ ਮਾਮਲਾ ਦਰਜ ਹੋਇਆ ਸੀ। ਗੈਂਗਸਟਰ ਕਾਲਾ ਧਨੌਲਾ ਵੀ ਚਰਚਾ 'ਚ ਰਿਹਾ। ਜੇਲ੍ਹ ਦੇ ਵਿੱਚ ਮੋਬਾਈਲ ਸਪਲਾਈ ਕਰਨ ਵਾਲੇ ਇੱਕ ਥਾਣੇਦਾਰ ਗੁਰਜਿੰਦਰ ਸਿੰਘ ਦੇ ਖਿਲਾਫ ਬੀਤੇ ਸਾਲ ਜੂਨ ਮਹੀਨੇ ਉੱਥੋਂ ਦੀ ਕੋਤਵਾਲੀ ਦੇ ਵਿੱਚ ਮਾਮਲਾ ਦਰਜ ਹੋਇਆ, ਪਰ ਹੋਇਆ ਕੀ? ਉਹਦੇ ਖਿਲਾਫ ਤਾਂ ਮਾਮਲਾ ਦਰਜ ਹੋ ਗਿਆ, ਪਰ ਕਿਸੇ ਵੀ ਜੇਲ੍ਹ ਅਧਿਕਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ। ਮੋਬਾਈਲ ਸਪਲਾਈ ਕਰਨ ਦਾ ਧੰਦਾ
ਜੇਲ੍ਹ ਦੇ ਵਿੱਚ ਇੱਕ ਤੋਂ ਲੈ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਚਲਾ ਗਿਆ। ਹੁਣ ਗੱਲ ਕਰਦੇ ਹਾਂ ਹਰਿਆਣਵੀ ਗੈਂਗਸਟਰ ਅਮਨ ਦੀ। ਅਮਨ ਦੇ ਕੋਲੋਂ ਨਾਭਾ ਜੇਲ੍ਹ ਦੇ ਵਿੱਚ 5 ਦਿਨਾਂ ਦੇ ਵਿੱਚ 2 ਵਾਰ ਮੋਬਾਈਲ ਫੜਿਆ ਗਿਆ ਪਿਛਲੇ ਸਾਲ ਜੂਨ ਮਹੀਨੇ। ਜੇ ਮੋਬਾਈਲ ਫੜਿਆ ਗਿਆ ਤਾਂ ਘੱਟੋ ਘੱਟ ਇਹ ਤਾਂ ਪੁੱਛੋ ਕਿ ਮੋਬਾਈਲ ਨੂੰ ਖੰਭ ਲੱਗੇ ਹੈ, ਮੋਬਾਈਲ ਨੂੰ ਪਹੀਏ ਲੱਗੇ ਹੈ ਕਿ ਮੋਬਾਈਲ ਅੰਦਰ ਤੁਰ ਕੇ ਆ ਜਾਂਦਾ। ਕੋਈ ਨਾ ਕੋਈ ਤਾਂ ਮੋਬਾਈਲ ਉੱਥੇ ਪਹੁੰਚਾਉਂਦਾ ਸੀ। ਹਵਾਲਾਤੀ ਬਲਵਿੰਦਰ ਸਿੰਘ ਨੇ ਜੇਲ੍ਹ ਦੇ ਵਿੱਚੋਂ ਲਾਈਵ ਹੋ ਕੇ ਜੇਲ੍ਹ ਅਧਿਕਾਰੀਆਂ ਤੇ ਫਿਰ ਵੱਡੇ ਦੋਸ਼ ਲਾਏ, ਪਰ ਸਿਆਸਤਦਾਨਾਂ ਦੇ ਇਸ਼ਾਰੇ ਤੇ ਜੇਲ੍ਹ ਅਧਿਕਾਰੀਆਂ ਨੂੰ ਸਾਰਾ ਕੁਝ ਸਾਫ਼ ਕਰ ਦਿੱਤਾ ਗਿਆ, ਕਲੀਨ ਚਿੱਟ ਦੇ ਦਿੱਤੀ ਗਈ, ਜਿਵੇਂ ਸਾਧੂ ਸਿੰਘ ਧਰਮਸੋਤ ਨੂੰ ਕੈਪਟਨ ਅਮਰਿੰਦਰ ਸਿੰਘ ਦਿੰਦਾ ਹੁੰਦਾ ਸੀ। ਮੈਨੂੰ ਲੱਗਦਾ ਕਿ ਇਹੀ ਕਾਰਨ ਹੈ ਕਿ ਗੈਂਗਸਟਰ ਪੈਦਾ ਹੁੰਦੇ ਰਹੇ ਤੇ ਗੈਂਗਸਟਰਾਂ ਦੇ ਹੌਸਲੇ ਵਧਦੇ ਗਏ। ਹਵਾਲਾਤੀ ਗੌਰਵ ਸਿੰਘ ਦੇ ਪਰਿਵਾਰ ਨੇ ਜੇਲ੍ਹ ਅਧਿਕਾਰੀਆਂ ਤੇ ਗੰਭੀਰ ਦੋਸ਼ ਲਗਾਏ, ਪਰ ਕਾਂਗਰਸ ਸਰਕਾਰ ਦੇ ਜੇਲ੍ਹ ਮੰਤਰੀ ਨੇ ਕੋਈ ਐਕਸ਼ਨ ਨਹੀਂ ਲਿਆ, ਜਿਸ ਕਰਕੇ ਗੈਂਗਸਟਰਾਂ ਦੇ ਹੌਸਲੇ ਫਿਰ ਵੱਧ ਗਏ। ਨਾਭਾ ਜੇਲ੍ਹ 'ਚ ਜਾਲੀ ਵੈਬਸਾਈਟ ਦਾ ਮਾਮਲਾ ਵੀ ਸਾਹਮਣੇ ਆਇਆ, ਕਾਰਵਾਈ ਕੋਈ ਨਹੀਂ ਹੋਈ। ਗੈਂਗਸਟਰ ਜਾਲੀ IPS ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗੀਆਂ ਮਾਰਦੇ ਰਹੇ, ਕਾਰਵਾਈ ਕੋਈ ਨਹੀਂ ਹੋਈ। ਨਾਭਾ ਕੋਤਵਾਲੀ ਪੁਲਿਸ ਵਿੱਚ ਸੰਗੀਨ ਧਾਰਾਵਾਂ ਅਧੀਨ ਮਾਮਲੇ ਦਰਜ ਹੋਏ। ਸੁੱਖਾ ਕਾਲਮਾ ਤੇ ਪਲਵਿੰਦਰ ਗੈਂਗਸਟਰ ਇੱਥੇ ਜੇਲ੍ਹ ਦੇ ਵਿੱਚ ਰਹੇ। 3 ਸਾਲ ਪਹਿਲਾਂ ਇੱਥੇ ਨਵੀਂ ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ, ਜਿਹੜਾ ਡੇਰਾ ਸੱਚਾ ਸੌਦਾ ਦਾ ਪੈਰੋਕਾਰ ਸੀ, ਉਹਦਾ ਕਤਲ ਹੋ ਗਿਆ। ਤੇ ਪਿਛਲੇ ਸਾਲ 7 ਅਕਤੂਬਰ ਨੂੰ ਹਵਾਲਾਤੀ ਸੁਖਜਿੰਦਰ ਸਿੰਘ ਦੀ ਇੱਕ ਹੋਰ ਹਵਾਲਾਤੀ ਨੇ ਹੱਤਿਆ ਕਰ ਦਿੱਤੀ। ਹੁਣ ਮੈਕਸੀਮਮ ਸਿਕਿਉਰਿਟੀ ਜੇਲ੍ਹ ਹੋਵੇ, ਉੱਥੇ ਆ ਸਾਰੀਆਂ ਘਟਨਾਵਾਂ ਘਟੀ ਜਾਂਦੀਆਂ। ਹੁਣ ਸਰਕਾਰ ਸੁੱਤੀ ਪਈ ਹੈ। ਸਿਕਿਉਰਿਟੀ ਜੇਲ੍ਹ ਦੇ ਵਿੱਚ ਹਵਾਲਾਤੀ ਅਮਨਪ੍ਰੀਤ ਸਿੰਘ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪਿਛਲੇ ਸਾਲ 8 ਅਕਤੂਬਰ ਦਾ ਉਹ ਦਿਨ ਸੀ ਜਦੋਂ ਉਹ ਖੁਦਕੁਸ਼ੀ ਦੀ ਕੋਸ਼ਿਸ਼ ਕਰਦਾ ਹੈ। ਕਾਰਨ ਕੀ ਸੀ? ਕਿਸੇ ਨੇ ਕੋਈ ਜਾਂਚ ਨਹੀਂ ਕੀਤੀ। ਨਾਭਾ ਕੋਤਵਾਲੀ ਦੇ ਵਿੱਚ 100 ਤੋਂ ਵੱਧ ਮਾਮਲੇ ਪਿਛਲੇ 16 ਸਾਲਾਂ ਦੇ ਦੌਰਾਨ ਗੈਂਗਸਟਰਾਂ ਦੇ ਖਿਲਾਫ ਦਰਜ ਹੋਏ ਹੈ। 300 ਤੋਂ ਵੱਧ ਮੋਬਾਈਲ ਅਤੇ ਪਾਬੰਦੀਸ਼ੁਦਾ ਸਮਾਨ, ਜਿਸ ਦਾ ਆਪਾਂ ਜ਼ਿਕਰ ਕਰ ਸਕਦੇ ਹਾਂ, ਉਹ ਬਰਾਮਦ ਕੀਤਾ ਗਿਆ। ਪਰ ਦੱਸ ਦੇਣ ਵੀ ਕਿਹੜੇ ਮਾਮਲੇ 'ਚ ਗੰਭੀਰਤਾ ਦਿਖਾਈ ਗਈ, ਜਿਹਦੇ ਕਾਰਨ ਮੈਨੂੰ ਲੱਗਦਾ ਕਿ ਗੈਂਗਸਟਰਾਂ ਨੇ ਜੇਲ੍ਹਾਂ ਨੂੰ ਆਪਣਾ ਆਰਾਮ ਘਰ ਸਮਝਿਆ, ਆਪਣਾ ਟ੍ਰੇਨਿੰਗ ਕੇਂਦਰ ਬਣਾ ਲਿਆ। ਤੇ ਅੱਜ ਮੁਲਕ ਭਰ ਦੇ ਵਿੱਚ ਗੈਂਗਸਟਰਾਂ ਦਾ ਜੇਲ੍ਹ ਨਾਭਾ ਦੀ ਜਦੋਂ ਗੱਲ ਹੁੰਦੀ ਹੈ ਤਾਂ ਇਹ ਆਖੀ ਜਾ ਸਕਦੀ ਹੈ ਕਿ ਨਾਭਾ ਜੇਲ੍ਹ ਉਹਨਾਂ ਵਾਸਤੇ ਇੱਕ ਆਪਣਾ ਦੂਸਰਾ ਘਰ ਸੀ, ਜਾਂ ਨਾਭਾ ਜੇਲ੍ਹ ਗੈਂਗਸਟਰਾਂ ਨੂੰ ਆਖ ਸਕਦੇ ਹਾਂ ਕਿ ਇੱਕ ਵੱਡੀ ਦੇਣ ਦੇ ਰਿਹਾ ਸੀ। 5 ਮਹੀਨੇ ਪਹਿਲਾਂ ਇੱਕ ਇਸੇ ਸਥਾਨਕ ਸਿਕਿਉਰਿਟੀ ਜੇਲ੍ਹ ਦੇ 379 ਕੈਦੀਆਂ ਤੇ ਹਵਾਲਾਤੀਆਂ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਤੇ ਕੁਝ ਹੋਰ, ਜਿਨ੍ਹਾਂ ਦੀ ਗਿਣਤੀ 9 ਬਣਦੀ ਹੈ, 9 ਜੇਲ੍ਹਾਂ ਦੇ ਵਿੱਚ ਤਬਦੀਲ ਕੀਤਾ ਗਿਆ। ਇਸ ਜੇਲ੍ਹ ਦੇ ਵਿੱਚ ਕਰੋੜਾਂ ਰੁਪਏ ਦਾ ਲੱਗਿਆ ਹੋਇਆ ਜੈਮਰ ਹੈ, ਉਹ ਚਿੱਟਾ ਹਾਥੀ ਬਣ ਕੇ ਰਹਿ ਗਿਆ। ਜੇ ਜੈਮਰ ਲੱਗਿਆ ਹੈ ਤਾਂ ਜਿਹੜੀਆਂ ਮੈਂ ਤੁਹਾਨੂੰ ਖਬਰਾਂ ਦੱਸ ਰਿਹਾ ਤਾਂ ਸਾਰੀਆਂ ਫੋਨ ਤੇ ਦਿੱਤੀਆਂ ਜਾ ਰਹੀਆਂ ਨੇ। ਜੇ ਜੈਮਰ ਲੱਗਿਆ ਹੋਵੇ ਤਾਂ ਫਿਰ ਫੋਨ ਕਿਵੇਂ ਚੱਲਣ? ਭਾਵੇਂ ਲਾਰੈਂਸ ਬਿਸ਼ਨੋਈ ਹੈ, ਭਾਵੇਂ ਸੁੱਖੇ ਦਾ ਜ਼ਿਕਰ ਕਰ ਲਈਏ, ਭਾਵੇਂ ਰੋਮੀ ਹਾਂਗਕਾਂਗ ਦਾ ਜ਼ਿਕਰ ਕਰ ਲਈਏ, ਭਾਵੇਂ ਵਿੱਕੀ ਗੌਂਡਰ ਦਾ ਜ਼ਿਕਰ ਕਰ ਲਈਏ, ਰਾਜੇ ਦਾ ਜ਼ਿਕਰ ਕਰ ਲਈਏ, ਅਮਨੇ ਦਾ ਜ਼ਿਕਰ ਕਰ ਲਈਏ, ਇਹਨਾਂ ਦੇ ਸਮੇਤ 2 ਦਰਜਨ ਗੈਂਗਸਟਰ ਨੇ। ਉਹਨਾਂ ਵਾਸਤੇ ਨਾਭਾ ਜੇਲ੍ਹ ਗੈਸਟ ਹਾਊਸ ਤੇ ਟ੍ਰੇਨਿੰਗ ਕੇਂਦਰ ਬਣੀ ਰਹੀ ਹੈ। ਇਸ ਜੇਲ੍ਹ ਨੂੰ ਸੁਧਾਰ ਘਰ ਕਹਿਣ ਦੀ ਬਜਾਏ ਵਿਗਾੜ ਘਰ ਆਖਿਆ ਜਾ ਸਕਦਾ ਹੈ। ਤੇ ਵੱਖ-ਵੱਖ ਸਰਕਾਰਾਂ ਆਉਂਦੀਆਂ ਰਹੀਆਂ, ਸਰਕਾਰਾਂ ਦੇ ਵਿੱਚ ਵੱਖ-ਵੱਖ ਜੇਲ੍ਹ ਮੰਤਰੀ ਆਉਂਦੇ ਰਹੇ ਤੇ ਕੁਝ ਸੀਨੀਅਰ ਅਧਿਕਾਰੀ, ਸਾਰੇ ਦੇ ਸਾਰੇ ਇਹ ਅਧਿਕਾਰੀ, ਇਹ ਜੇਲ੍ਹ ਮੰਤਰੀ, ਇਹ ਸਰਕਾਰਾਂ ਅੱਜ ਤੱਕ ਜ਼ਿੰਮੇਵਾਰ ਨੇ। ਹੁਣ ਗੱਲ ਕਰਦੇ ਹਾਂ ਮੌਜੂਦਾ ਸਰਕਾਰ ਦੀ। ਮੌਜੂਦਾ ਸਰਕਾਰ ਵਿੱਚ ਜੇਲ੍ਹ ਮੰਤਰੀ ਨੇ ਹਰਜੋਤ ਬੈਂਸ, ਭਾਵੇਂ ਪਿਛਲੇ 2.5 ਮਹੀਨਿਆਂ ਤੋਂ ਲਗਾਤਾਰ ਆਖ ਰਹੇ ਨੇ ਕਿ ਅਸੀਂ ਸਖਤੀ ਕਰ ਦਿੱਤੀ ਹੈ। ਸਖਤੀ ਦੀਆਂ ਖਬਰਾਂ ਵੀ ਸਮੇਂ-ਸਮੇਂ ਤੇ ਮਿਲਦੀਆਂ ਨੇ, ਪਰ ਹਾਲੇ ਵੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨਾਂ ਦਾ ਮਿਲਣਾ, ਇੱਥੋਂ ਪਤਾ ਲੱਗਦਾ ਕਿ ਉਹਨਾਂ ਦੇ ਜੇਲ੍ਹ ਅਧਿਕਾਰੀਆਂ ਦੇ ਨਾਲ ਕਿੰਨੇ ਕੁ ਚੰਗੇ ਕਨੈਕਸ਼ਨ ਬਣਾਏ ਹੋਏ ਨੇ, ਜਾਂ ਉਹਨਾਂ ਦੇ ਉੱਤੇ ਆਪਣਾ ਛੱਪਾ, ਆਪਣਾ ਡਰ ਉਹਨਾਂ ਦੇ ਉੱਤੇ ਪਾਇਆ ਹੋਇਆ ਤੇ ਪੈਦਾ ਕੀਤਾ ਹੋਇਆ ਹੈ, ਜਿਸ ਦੇ ਕਾਰਨ ਵਾਰ-ਵਾਰ ਜੇਲ੍ਹ ਮੰਤਰੀ ਦੇ ਕਹੇ ਜਾਣ ਤੋਂ ਬਾਅਦ ਵੀ ਇਹ ਮੋਬਾਈਲ ਫੋਨ ਅਤੇ ਹੋਰ ਜਿਹੜੀ ਸਮੱਗਰੀ ਜੇਲ੍ਹ ਵਿੱਚ ਨਹੀਂ ਮਿਲਣੀ ਚਾਹੀਦੀ ਉਹ ਮਿਲ ਰਹੀ ਹੈ। ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਸਲੇ ਦੇ ਉੱਤੇ ਨਿਰਪੱਖ ਜਾਂਚ ਕਰਵਾਉਣ ਤਾਂ ਉਮੀਦ ਕਰ ਸਕਦੇ ਹਾਂ ਕਿ ਬਹੁਤ ਵੱਡੇ ਸਨਸਨੀਖੇਜ ਖੁਲਾਸੇ ਹੋ ਸਕਦੇ ਆ। ਪਰ ਕੀ ਕਰਵਾਉਣਗੇ? ਆ ਜਾਣਕਾਰੀਆਂ ਸੰਖੇਪ 'ਚ ਮੈਂ ਤੁਹਾਨੂੰ ਦਿੱਤੀਆਂ ਨੇ ਕਿ ਨਾਭਾ ਜੇਲ੍ਹ ਦੇ ਨਾਲ ਸੰਬੰਧਿਤ ਨੇ ਆ ਸਾਰੀਆਂ ਜਾਣਕਾਰੀਆਂ। ਪੰਜਾਬ 'ਚ ਜੇਲ੍ਹਾਂ ਹੋਰ ਵੀ ਨੇ। ਤੇ ਅਗਲੀ ਗੱਲ ਕਰਦੇ ਹਾਂ ਆਪਾਂ ਭ੍ਰਿਸ਼ਟਾਚਾਰ ਦੀ। ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਨੇ ਸਾਧੂ ਸਿੰਘ ਧਰਮਸੋਤ ਨੂੰ ਬੀਤੇ ਦਿਨੀ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਅਮਲੋਹ ਵਾਲੇ ਘਰੋਂ ਗ੍ਰਿਫਤਾਰ ਕੀਤਾ ਸੀ।
ਧਰਮਸੋਤ ਦੇ ਉੱਤੇ ਨਜਾਇਜ਼ ਮਾਈਨਿੰਗ, ਖੈਰ ਦੇ ਦਰਖਤਾਂ ਦੀ ਕਟਾਈ, ਹੁਣ ਇਹਦੀ ਖੈਰ ਹੈ ਨਹੀਂ ਗੀ, ਉਹਦੇ ਇਵਜ਼ ਦੇ ਵਿੱਚ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸੀ। ਗ੍ਰਿਫਤਾਰੀ ਤੋਂ ਬਾਅਦ ਜਾਂਚ ਲਗਾਤਾਰ ਚੱਲ ਰਹੀ ਹੈ। ਹੁਣ ਕੁਝ ਕੁ ਦਿਨਾਂ ਦੀ ਜਾਂਚ ਦੇ ਵਿੱਚ ਇਹ ਖੁਲਾਸੇ ਹੋਏ ਨੇ ਕਿ ਕਰੋੜਾਂ ਰੁਪਏ ਬਣਾ ਲਿਆ ਇਸ ਗਰੀਬ ਵਿਅਕਤੀ ਨੇ। ਮਿਲੀ ਜਾਣਕਾਰੀ ਦੇ ਅਨੁਸਾਰ ਧਰਮਸੋਤ ਦਾ ਹਿਮਾਚਲ ਦੇ ਵਿੱਚ ਇੱਕ ਰਿਜ਼ੋਰਟ ਵੀ ਮਿਲਿਆ ਹੈ। ਰਾਜਸਥਾਨ ਦੇ ਵਿੱਚ ਕਰੀਬ 150 ਏਕੜ ਜ਼ਮੀਨ ਦਾ ਖੁਲਾਸਾ ਹੋ ਰਿਹਾ ਹੈ ਤੇ ਵਿਜੀਲੈਂਸ ਵਿਭਾਗ ਦੇ ਵੱਲੋਂ ਹੁਣ ਇਸ ਮਸਲੇ ਦੀ ਜਾਂਚ ਕੀਤੀ ਜਾ ਰਹੀ ਹੈ ਗਹਿਰਾਈ ਦੇ ਨਾਲ। ਜੇਕਰ ਆਹ ਜਿਹੜੇ ਤੱਥ ਪਾਏ ਗਏ ਹੈ, ਜਿਨ੍ਹਾਂ ਦੀ ਜਾਣਕਾਰੀ ਮਿਲੀ ਹੈ, ਸਹੀ ਪਾਏ ਗਏ ਤਾਂ ਵਿਜੀਲੈਂਸ ਵਾਲੇ ਕਹਿੰਦੇ ਸਾਡੀਆਂ ਟੀਮਾਂ ਹਿਮਾਚਲ ਵੀ ਜਾਣਗੀਆਂ, ਸਾਡੀਆਂ ਟੀਮਾਂ ਰਾਜਸਥਾਨ ਵੀ ਭੇਜੀਆਂ ਜਾਣਗੀਆਂ ਤੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਰਮਸੋਤ ਦੇ ਵੱਲੋਂ ਜਿਹੜੀਆਂ ਇਹ ਜਾਇਦਾਦਾਂ ਬਣਾਈਆਂ ਗਈਆਂ ਨੇ ਕਿ ਸਾਰੀਆਂ ਦੀਆਂ ਸਾਰੀਆਂ ਇਹ ਭ੍ਰਿਸ਼ਟਾਚਾਰ ਦੇ ਪੈਸੇ ਨਾਲ ਬਣਾਈਆਂ ਨੇ। ਪਰ ਇੱਥੇ ਟਿੱਪਣੀ ਕਰਨੀ ਬਣਦੀ ਹੈ। ਸਾਧੂ ਸਿੰਘ ਧਰਮਸੋਤ ਦਾ ਪਰਿਵਾਰ ਤਾਂ ਕਹਿੰਦਾ ਅਸੀਂ ਅੱਜ ਵੀ ਗਰੀਬ ਹਾਂ। ਤੁਹਾਡੇ ਵਿੱਚੋਂ ਕਿੰਨੇ ਕੁ ਗਰੀਬ ਹੈ ਬਈ, ਜਿਨ੍ਹਾਂ ਨੇ ਰਾਜਸਥਾਨ ਦੇ ਵਿੱਚ ਜਾ ਕੇ 150 ਏਕੜ ਖਰੀਦ ਲਿਆ ਹੋਵੇ, ਜਿਨ੍ਹਾਂ ਨੇ ਯੂਪੀ ਦੇ ਵਿੱਚ ਜਾ ਕੇ ਫਾਰਮ ਬਣਾ ਲਏ ਹੋਣ, ਜਿਨ੍ਹਾਂ ਨੇ ਹਿਮਾਚਲ ਦੇ ਵਿੱਚ ਜਾ ਕੇ ਰਿਜ਼ੋਰਟ ਖੜਾ ਕਰ ਲਿਆ ਹੋਵੇ? ਹੈ ਤੁਹਾਡੇ ਵਿੱਚੋਂ ਕੋਈ ਗਰੀਬ? ਜਾਣਕਾਰੀ ਤਾਂ ਇਹ ਵੀ ਮਿਲ ਰਹੀ ਹੈ ਕਿ ਜਿਹੜੇ ਉਹਦੇ ਨਾਲ ਗ੍ਰਿਫਤਾਰ ਕੀਤੇ ਗਏ ਹੋਰ ਦੋਸ਼ੀ ਨੇ, ਉਹਨਾਂ ਨੂੰ ਸਾਧੂ ਸਿੰਘ ਧਰਮਸੋਤ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਣੀ ਹੈ, ਜਿਸ ਦੇ ਵਿੱਚ ਕੁਝ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪਰ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਧਰਮਸੋਤ ਨੇ ਜੰਗਲਾਤ ਮੰਤਰੀ ਹੁੰਦਿਆਂ 11 ਜਾਇਦਾਦਾਂ ਬਣਾਈਆਂ ਨੇ। ਉਹਨਾਂ ਦੇ 3 ਬੈਂਕ ਖਾਤਿਆਂ ਦੀ ਵੀ ਜਾਂਚ ਹੋ ਰਹੀ ਹੈ। ਹੁਣ ਜਾਇਦਾਦਾਂ ਕਿੱਥੇ ਕਿੱਥੇ ਪਤਾ ਲੱਗੀਆਂ ਨੇ, ਹਾਲਾਂਕਿ ਮੁੱਢਲੀ ਜਾਣਕਾਰੀ ਹੈ, ਇਹਦੀ ਗਹਿਰਾਈ ਨਾਲ ਜਾਂਚ ਹੋ ਰਹੀ ਹੈ। ਹੁਣ ਦੱਸਿਓ ਕਿ ਇੱਕ ਗਰੀਬ ਬੰਦੇ ਦੀਆਂ ਇਹਨਾਂ ਸ਼ਹਿਰਾਂ 'ਚ ਜਾਇਦਾਦਾਂ ਹੋ ਸਕਦੀਆਂ ਨੇ। ਸ਼ਹਿਰ ਵੀ ਗਰੀਬ ਹੀ ਹੈ ਜੀ ਜਿੱਥੇ ਜਿੱਥੇ ਬਣਾਈਆਂ ਨੇ। ਮੋਹਾਲੀ, ਰੋਪੜ, ਲੁਧਿਆਣਾ, ਪਟਿਆਲਾ, ਜ਼ੀਰਕਪੁਰ, ਖਰੜ, ਇਹਨਾਂ ਸ਼ਹਿਰਾਂ ਦੇ ਵਿੱਚ ਜਾਇਦਾਦਾਂ ਦਾ ਪਤਾ ਲੱਗ ਰਿਹਾ। ਅਮਲੋ, ਨਾਭਾ, ਇਹ ਤਾਂ ਆਮ ਜਿਹੀ ਗੱਲ ਹੋ ਗਈ। ਹੁਣ ਇਹਨਾਂ ਸਾਰੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ। ਧਰਮਸੋਤ ਦੇ ਉੱਤੇ ਜਿਹੜੇ ਦੋਸ਼ ਨੇ ਕਿ ਵਿਭਾਗੀ ਤਬਾਦਲਿਆਂ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ ਵੀ ਉਹਦੇ ਉੱਤੇ ਲੱਗੇ ਨੇ ਤੇ ਬਕਾਇਦਾ ਤੌਰ ਤੇ ਇਹਨਾਂ ਤਬਾਦਲਿਆਂ ਦੇ ਵਾਸਤੇ ਰੇਟ ਚਾਰਟ ਵੀ ਤਿਆਰ ਕੀਤਾ ਹੋਇਆ ਸੀ, ਜਿਸ ਦੇ ਅਨੁਸਾਰ ਡੀਐਫਓ ਦੇ ਤਬਾਦਲੇ ਲਈ ਖੁੱਲੀ ਬੋਲੀ ਲਾਈ ਜਾਂਦੀ ਸੀ ਅਤੇ ਇਹ ਖੁੱਲੀ ਬੋਲੀ 10 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਹੁੰਦੀ ਸੀ। ਬਲਾਕ ਅਫਸਰ ਵਾਸਤੇ 5 ਲੱਖ ਰੁਪਏ ਹੁੰਦੀ ਸੀ। ਜੰਗਲਾਤ ਗਾਰਡ ਵਾਸਤੇ ਵੀ 2 ਤੋਂ 3 ਲੱਖ ਰੁਪਏ ਲਾਏ ਜਾਂਦੇ ਸਨ ਤੇ ਕੁਝ ਇੱਕ ਹੋਰ ਤਬਾਦਲਿਆਂ ਵਾਸਤੇ ਵੀ ਇਸ ਤਰ੍ਹਾਂ ਖੁੱਲੀ ਬੋਲੀ ਦੇ ਰੇਟ ਫਿਕਸ ਕੀਤੇ ਹੋਏ ਸੀ। ਇਹਦੇ ਤੋਂ ਘੱਟ ਨਹੀਂ ਤੇ ਇੱਥੇ ਤੱਕ ਜਾਣੀ ਚਾਹੀਦੀ ਹੈ। ਤੇ ਵਿਜੀਲੈਂਸ ਵਿਭਾਗ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਬਣੀਆਂ ਸੜਕਾਂ ਤੇ ਇਮਾਰਤਾਂ ਦੇ 156 NOC ਦੇਣ ਦੇ ਬਦਲੇ 50 ਲੱਖ ਰੁਪਏ ਤੋਂ ਲੈ ਕੇ 2.5 ਕਰੋੜ ਰੁਪਏ ਵੀ ਸਾਧੂ ਸਿੰਘ ਧਰਮਸੋਤ, ਇੱਕ ਗਰੀਬ ਬੰਦਾ, ਉਹਦੇ ਢਿੱਡ 'ਚ ਗਏ ਆ, ਉਹਦੇ ਖਾਤੇ 'ਚ ਗਏ ਆ। ਹੁਣ 150 ਏਕੜ ਵੀ ਹੈ, ਕਈਆਂ ਥਾਵਾਂ ਤੇ ਜ਼ਮੀਨਾਂ ਨੇ, ਰਿਜ਼ੋਰਟ ਹੈ, 2.5 ਕਰੋੜ ਰੁਪਈਆ ਆਏ। ਹੁਣ ਇਹ ਤੇ ਦੂਸਰੇ ਪਾਸੇ ਸੰਗਤ ਸਿੰਘ ਗਿਲਜੀਆਂ ਦਾ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਹੈ। ਪਰ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊ, ਅੱਜ ਨਹੀਂ ਤਾਂ ਭਲਕੇ। ਸਾਧੂ ਸਿੰਘ, ਸੰਗਤ ਸਿੰਘ ਗਿਲਜੀਆਂ ਤੇ ਇਹਨਾਂ ਤੋਂ ਪਹਿਲਾਂ ਮੌਜੂਦਾ ਸਰਕਾਰ ਦੇ ਮੰਤਰੀ ਵਿਜੇ ਸਿੰਗਲਾ, ਇਹ ਤਾਂ ਹਾਲੇ ਆਪਣੀ ਖੈਰ ਸੁੱਖ ਮਨਾਈ ਰਹੇ ਨੇ। ਤੇ ਦੂਸਰੇ ਪਾਸੇ ਇੱਕ ਹੋਰ ਮੰਤਰੀ ਘਰੇ ਗਏ ਹੈ, ਉਹ ਵੀ ਪਿਛਲੀ ਸਰਕਾਰ ਦੇ ਕੈਬਨਿਟ ਮੰਤਰੀ ਹੈ। ਕਿਉਂਕਿ ਕੱਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਉੱਤੇ ਪਿੰਡ ਭਗਤੂਪੁਰਾ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਜਿੱਥੇ ਰਸਤੇ ਤੇ ਖਾਲੇ ਸੀ, ਉਹਨੂੰ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ ਅਲਫਾ ਇੰਟਰਨੈਸ਼ਨਲ ਸਿਟੀ ਕਲੋਨੀ ਦੇ ਕਲੋਨਾਈਜ਼ਰਾਂ ਨੂੰ ਸਸਤੇ ਪਾਤੇ ਵੇਚਣ ਦੇ ਦੋਸ਼ ਲਾਏ ਹੈ। ਪੰਚਾਇਤ ਮੰਤਰੀ ਧਾਲੀਵਾਲ ਨੇ ਆਖਿਆ ਸੀ ਕਿ ਬਾਜਵਾ ਦੀ ਇਸ ਕਥਿਤ ਕਾਰਵਾਈ ਦੇ ਨਾਲ ਪੰਜਾਬ ਨੂੰ ਕਹਾਂ ਜਾਂ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਆਖੀਏ 28 ਕਰੋੜ ਰੁਪਏ ਦਾ ਚੂਨਾ ਲੱਗਿਆ ਹੈ। ਇਸ ਮਾਮਲੇ ਦੀ ਜਾਂਚ ਉਹਨਾਂ ਨੇ ਦੱਸ ਦਿੱਤਾ ਕਿ ਕੀਤੀ ਜਾ ਰਹੀ ਹੈ ਤੇ 3 ਮੈਂਬਰੀ ਕਮੇਟੀ ਬਣਾ ਦਿੱਤੀ ਹੈ। 1 ਹਫ਼ਤੇ ਦੇ ਅੰਦਰ ਅੰਦਰ ਉਸ 3 ਮੈਂਬਰੀ ਕਮੇਟੀ ਨੇ ਇਹ ਆਪਣੀ ਰਿਪੋਰਟ ਸੌਂਪ ਦੇਣੀ ਹੈ। ਇਸ ਕਮੇਟੀ ਦੇ ਵਿੱਚ ਸੰਯੁਕਤ ਵਿਕਾਸ ਕਮਿਸ਼ਨਰ ਅਮਿਤ ਕੁਮਾਰ, ਪੇਂਡੂ ਵਿਕਾਸ ਵਿਭਾਗ ਦੇ ਸੰਯੁਕਤ ਡਾਇਰੈਕਟਰ ਸਰਬਜੀਤ ਸਿੰਘ ਅਤੇ ਸੀਨੀਅਰ ਕਾਨੂੰਨ ਅਧਿਕਾਰੀ ਜੌਹਰ ਇੰਦਰ ਸਿੰਘ ਆਲੂਵਾਲੀਆ ਸ਼ਾਮਲ ਕੀਤੇ ਗਏ ਹੈ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਵੀ ਦੱਸਿਆ ਸੀ ਕਿ ਰਸ਼ਤਿਆਂ ਅਤੇ ਖਾਲਿਆਂ ਦਾ ਕੁੱਲ ਰਕਬਾ 32 ਕਨਾਲ ਤੇ 16 ਮਰਲੇ ਬਣਦਾ ਹੈ, ਜਿਹਨੂੰ 43 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ
ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੇਚ ਦਿੱਤਾ, ਜਦੋਂ ਕਿ ਜਿਹੜਾ ਲੋਕਲ ਉੱਥੋਂ ਦਾ ਮਾਰਕੀਟ ਰੇਟ ਆ ਉਹ 7.5 ਕਰੋੜ ਰੁਪਏ ਪ੍ਰਤੀ ਏਕੜ ਹੈ। ਕਿੱਥੇ 7.5 ਕਰੋੜ ਰੁਪਏ ਪ੍ਰਤੀ ਏਕੜ, ਕਿੱਥੇ 43 ਕੁ ਲੱਖ, ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਕਹਿੰਦੇ ਇਸ ਕਾਰਨ 28 ਕਰੋੜ ਰੁਪਏ ਦਾ ਘਾਟਾ ਹੋਇਆ ਤੇ ਇਹਦੇ ਚੋਂ ਮੰਤਰੀ ਦੇ ਜੇਬ 'ਚ ਢਿੱਡ 'ਚ ਕਿੰਨੇ ਗਏ ਹੈ, ਇਹ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਸ ਸੰਬੰਧੀ ਦਸਤਾਵੇਜ਼ਾਂ ਤੇ ਜਿਹੜੀ ਕਾਰਵਾਈ ਕਰਕੇ ਗਏ ਆ ਉਹ ਵੀ 11 ਮਾਰਚ ਨੂੰ ਕਰਕੇ ਗਏ ਆ, ਜਿਸ ਦਿਨ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਆਪਣੇ ਅਹੁਦੇ ਤੋਂ ਕੈਬਨਿਟ ਮੀਟਿੰਗ ਕਰਕੇ ਪੰਜਾਬ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਸੀ। ਹੁਣ ਇਹ ਵੀ ਇੱਕ ਦੇਖੋ ਨੈਤਿਕ ਪੱਧਰ ਕਿੰਨਾ ਨਿਘਾਰ ਹੈ। ਇਸ ਮਾਮਲੇ ਤੇ ਸਾਬਕਾ ਪੇਂਡੂ ਤੇ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਆ ਗਿਆ ਮੂਹਰੇ। ਉਹ ਕਹਿੰਦੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜਿਹੜੇ ਇਹ ਦੋਸ਼ ਲਗਾਏ ਜਾ ਰਹੇ ਨੇ ਉਹ ਮਨਘੜਤ ਵੀ ਹੈ, ਉਹ ਬੇਬੁਨਿਆਦ ਵੀ ਹੈ, ਉਹ ਸਿਆਸਤ ਤੋਂ ਵੀ ਪ੍ਰੇਰਿਤ ਨੇ। ਬਾਜਵਾ ਨੇ ਆਪਣਾ ਪੱਖ ਰੱਖਿਆ ਕਿ ਧਾਲੀਵਾਲ ਦਾ ਇਹ ਕਹਿਣਾ ਸਰਾਸਰ ਗਲਤ ਹੈ ਕਿ ਪੰਚਾਇਤੀ ਜ਼ਮੀਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠਲੀ ਕਮੇਟੀ ਦੇ ਵੱਲੋਂ ਰੇਟ ਮਿਥਣ ਦੇ 6 ਮਹੀਨਿਆਂ ਦੇ ਅੰਦਰ ਅੰਦਰ ਵਿਕਣੀ ਜ਼ਰੂਰੀ ਹੈ। ਉਹ ਕਹਿੰਦੇ ਇਹ ਨਿਯਮ ਸਿਰਫ ਪੰਚਾਇਤੀ ਜ਼ਮੀਨ ਤੇ ਜਿਹੜੀ 33 ਸਾਲਾ ਲੀਜ਼ ਹੈ ਉਹਦੇ ਉੱਤੇ ਦੇਣ ਵਾਸਤੇ ਹੀ ਹੁੰਦੇ ਨੇ। ਉਹਨਾਂ ਕਿਹਾ ਕਿ 28 ਕਰੋੜ ਰੁਪਏ ਘਾਟੇ ਦੇ ਦੋਸ਼ ਬੇਬੁਨਿਆਦ ਨੇ, ਕਿਉਂਕਿ ਇਹ ਜ਼ਮੀਨ ਉਸ ਰੇਟ ਦੇ ਹਿਸਾਬ ਨਾਲ ਨਹੀਂ ਸੀ ਵੇਚੀ ਜਾ ਸਕਦੀ। ਉਹ ਕਹਿੰਦੇ ਇਹ ਜ਼ਮੀਨ ਰਸਤਿਆਂ ਦੀ ਸੀ, ਇਹ ਖਾਲਿਆਂ ਦੀ ਸੀ, ਇਹ ਇੱਕ ਨਿੱਜੀ ਰਿਹਾਇਸ਼ੀ ਪ੍ਰੋਜੈਕਟ ਸੀ, ਉਹਦੇ ਵਿਚਕਾਰ ਘਿਰ ਗਈ ਸੀ, ਵਿਚਾਲੇ ਆ ਗਈ ਸੀ, ਇਸ ਕਰਕੇ ਇਹਦਾ ਤਾਂ ਕੋਈ ਖਰੀਦਦਾਰ ਹੀ ਹੈ ਨਹੀਂ ਸੀ। ਪਰ ਬਾਜਵਾ ਸਾਹਿਬ ਪੜ੍ਹਿਆਂ ਨੂੰ ਨਾ ਪੜਾਓ ਕਿਰਪਾ ਕਰਕੇ। ਹੁਣ ਜੇਕਰ ਆਲੇ ਦੁਆਲੇ ਕਲੋਨੀ ਬਣ ਰਹੀ ਹੈ ਤੇ ਤੁਹਾਡੀ ਜ਼ਮੀਨ ਵਿਚਕਾਰ ਆ ਗਈ, ਉਹਦਾ ਤਾਂ ਜਨਾਬ ਰੇਟ ਵਧਣਾ ਚਾਹੀਦਾ ਸੀ। ਉਹ ਜ਼ਮੀਨ ਤਾਂ ਆਮ ਜ਼ਮੀਨ ਦੇ ਰੇਟ ਨਾਲੋਂ ਮਹਿੰਗੀ ਵਿਕਣੀ ਚਾਹੀਦੀ ਸੀ, ਕਿਉਂਕਿ ਅਗਲਿਆਂ ਨੇ ਉੱਥੇ ਕਲੋਨੀ ਬਣਾਉਣੀ ਹੈ। ਜੇ ਵਿੱਚ ਵਿਚਾਲੇ ਉਹ ਜ਼ਮੀਨ ਆ ਉਹਨਾਂ ਨੂੰ ਮਿਲਦੀ ਨਹੀਂ ਤਾਂ ਫਿਰ ਉਹ ਕਲੋਨਾਈਜ਼ਰਾਂ ਦੇ ਵਾਸਤੇ ਤਾਂ ਇਹ ਉਹਨਾਂ ਦੇ ਗਲੇ ਦੀ ਹੱਡੀ ਬਣਨੀ ਸੀ। ਉਹਨਾਂ ਵਾਸਤੇ ਜ਼ਮੀਨ ਖਰੀਦਣੀ ਹੋਰ ਵੀ ਲਾਜ਼ਮੀ ਸੀ ਤਾਂ ਕਿ ਉੱਥੇ ਇੱਕ ਚੰਗੀ ਕਲੋਨੀ ਉਹ ਕੱਟ ਸਕਣ। ਇਹਦੇ ਵਾਸਤੇ ਤਾਂ ਭਾਅ ਜ਼ਮੀਨ ਦਾ ਦੂਸਰੀ ਨਾਲੋਂ ਵੱਧ ਹੋਣਾ ਚਾਹੀਦਾ ਸੀ। ਤੇ ਦੂਸਰੀ ਗੱਲ ਇਹ ਕਿ ਚੋਣ ਜ਼ਾਬਤਾ ਲੱਗਿਆ ਹੋਇਆ ਸੀ, 10 ਮਾਰਚ ਨੂੰ ਚੋਣ ਨਤੀਜੇ ਐਲਾਨੇ ਜਾ ਚੁੱਕੇ ਸੀ ਤੇ ਬਾਜਵਾ ਸਾਹਿਬ ਨੇ ਇਹ ਜ਼ਮੀਨ ਵੇਚਣ ਦਾ ਫੈਸਲਾ 11 ਮਾਰਚ ਨੂੰ ਕਿਵੇਂ ਕਰ ਦਿੱਤਾ, ਇਹ ਬਹੁਤ ਵੱਡਾ ਸਵਾਲ ਹੈ। ਦੱਸਣਾ ਬਣਦਾ ਕਿ ਅਲਫਾ ਇੰਟਰਨੈਸ਼ਨਲ ਸਿਟੀ ਦਾ ਕੁੱਲ ਰਕਬਾ ਲਗਭਗ 150 ਏਕੜ ਹੈ ਤੇ ਇਸ ਪੰਚਾਇਤੀ ਜ਼ਮੀਨ ਦੇ ਵਿੱਚ ਬਣੇ ਰਸਤੇ ਅਤੇ ਖਾਲੇ ਇਸ ਪ੍ਰੋਜੈਕਟ ਲਈ ਰਾਹ ਦਾ ਰੋੜਾ ਵੀ ਬਣੇ ਹੋਏ ਸੀ, ਜਿਸ ਕਾਰਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ ਦੋਸ਼ ਲਾਇਆ ਹੈ ਕਿ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਲੋਨਾਈਜ਼ਰਾਂ ਦੇ ਨਾਲ ਮਿਲੀ ਭੁਗਤ ਕੀਤੀ ਹੈ, ਇਸ ਜ਼ਮੀਨ ਨੂੰ ਸਸਤੇ ਭਾਅ ਤੇ ਵੇਚਿਆ ਹੈ। ਉਹਨਾਂ ਨੇ ਆਖਿਆ ਕਿ 3 ਮੈਂਬਰੀ ਕਮੇਟੀ ਜੋ ਵੀ ਜਾਂਚ ਕਰੂਗੀ ਉਸ ਰਿਪੋਰਟ ਦੇ ਆਧਾਰ ਤੇ ਜਿਹੜਾ ਵੀ ਦੋਸ਼ੀ ਹੋਇਆ ਬਖਸ਼ਿਆ ਕੋਈ ਨਹੀਂ ਜਾਣਾ, ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਹੁਣ ਇਹਦੇ ਨਾਲ ਇਹ ਵੀ ਪਤਾ ਲੱਗਿਆ ਕਿ ਬੀਤੇ 15 ਸਾਲਾਂ ਦੇ ਦੌਰਾਨ ਜਿੰਨੀਆਂ ਵੀ ਕਲੋਨੀਆਂ ਬਣੀਆਂ ਨੇ ਪੰਜਾਬ 'ਚ, ਸਰਕਾਰ ਪਿਛਲੇ 15 ਸਾਲਾਂ ਦੇ ਵਿੱਚ ਬਣੀਆਂ ਸਾਰੀਆਂ ਕਲੋਨੀਆਂ ਦੀ ਮੁਕੰਮਲ ਜਾਂਚ ਕਰਵਾਊ, ਸਰਕਾਰੀ ਰਸਤਿਆਂ ਦੇ ਉੱਤੇ ਜਿਹੜੇ ਕਬਜ਼ੇ ਕੀਤੇ ਗਏ ਨੇ ਉਹ ਹਟਵਾਊ ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ 5500 ਏਕੜ ਪੰਚਾਇਤੀ ਜ਼ਮੀਨ ਨੂੰ ਨਜਾਇਜ਼ ਕਬਜ਼ੇ ਦੇ ਹੇਠੋਂ ਛੁਡਵਾ ਲਿਆ ਗਿਆ ਅਤੇ ਇਹ ਮੁਹਿੰਮ ਇਸ ਤਰ੍ਹਾਂ ਲਗਾਤਾਰ ਜਾਰੀ ਵੀ ਰਹੂ। ਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਪੰਜਾਬ ਦੇ ਖਜ਼ਾਨੇ ਨੂੰ ਜਿਹੜਾ ਨੁਕਸਾਨ ਹੋਇਆ ਹੋਊਗਾ, ਉਹ ਖਜ਼ਾਨੇ ਨੂੰ ਜੋ ਨੁਕਸਾਨ ਵੀ ਹੋਇਆ ਭਰਪਾਈ ਦੋਸ਼ੀਆਂ ਦੇ ਕੋਲੋਂ ਕਰਵਾਈ ਜਾਊਗੀ। ਹੁਣ ਇਹਦਾ ਮਤਲਬ ਇਹ ਹੈ ਕਿ 1 ਹਫ਼ਤੇ ਦੀ ਉਡੀਕ ਕਰੋ। 1 ਹਫ਼ਤੇ ਦੇ ਅੰਦਰ ਅੰਦਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ 28 ਕਰੋੜ ਦਾ ਇਹ ਵੱਡਾ ਘਪਲਾ ਕੀਤਾ। ਹੁਣ ਫਾਈਲਾਂ ਹੋਰ ਵੀ ਉਹ ਕਹਿੰਦੇ ਅਸੀਂ ਚੱਕ ਲੈਣੀਆਂ ਨੇ। ਇਸੇ ਕਰਕੇ ਉਹਨਾਂ ਨੇ ਬੀਤੇ ਦਿਨੀ ਆਖਿਆ ਸੀ ਕਿ ਮੈਨੂੰ ਗਿਣਤੀ ਨਾ ਪੁੱਛੋ ਕਿ ਕਿੰਨੇ ਸਾਬਕਾ ਮੰਤਰੀ ਜਾਂ ਕਿੰਨੇ ਅਫਸਰ ਹੋਣਗੇ ਜਿਨ੍ਹਾਂ ਨੂੰ ਤੁੰਨਿਆ ਜਾਊ, ਜਿਨ੍ਹਾਂ ਨੂੰ ਚੁੱਕਿਆ ਜਾਊ, ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਸੰਬੰਧੀ ਦੋਸ਼ ਲੱਗੇ ਤੇ ਉਹਨਾਂ ਦੀ ਜਾਂਚ ਪੜਤਾਲ ਹੋਏਗੀ। ਇਹਦੇ ਨਾਲ ਹੀ ਇਹ ਵੀ ਇੱਕ ਜਾਂਚ ਦਾ ਵਿਸ਼ਾ ਬਣ ਗਿਆ ਕਿ ਜਿਨ੍ਹਾਂ ਨੇ ਜਾਅਲੀ ਡਿਗਰੀਆਂ ਲੈ ਕੇ ਨੌਕਰੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ ਤੋਂ ਨੌਕਰੀਆਂ ਖੋਹੀਆਂ ਜਾਣਗੀਆਂ ਅਤੇ ਪੰਜਾਬ ਦੇ ਨੌਜਵਾਨਾਂ ਨੂੰ, ਮੁਟਿਆਰਾਂ ਨੂੰ ਜਿਹੜੇ ਯੋਗ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਧੂ ਸਿੰਘ ਧਰਮਸੋਤ, ਵਿਜੇ ਸਿੰਗਲਾ, ਸੰਗਤ ਸਿੰਘ ਗਿਲਜ਼ੀਆਂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਇਹਨਾਂ ਤੋਂ ਬਾਅਦ ਅਗਲਾ ਨਾਮ ਕਿਹੜੇ ਮੰਤਰੀ
ਕਿਹੜੇ ਵਿਧਾਇਕ ਜਾਂ ਕਿਹੜੇ ਅਫਸਰ ਦਾ ਇਸੇ ਸ਼੍ਰੇਣੀ ਵਿੱਚ ਇਸੇ ਲੜੀ ਵਿੱਚ ਹੋਰ ਜੁੜਦਾ ਹੈ। ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।